ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਮਹਾਰਾਜ। ਭੂਲ ਛਿਮੋ ਹਮਰੀ ਪ੍ਰਭਾਪਨ ਭੂਲਨਹਾਰ ਕਹਾਂ ਕੋ ਮੋਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਜਪਜੀ ਸਾਹਿਬ ਦੇ ਅਖੀਰਲਾ ਸ਼ਲੋਕ ਦੇ ਦਰਸ਼ਨ ਅੱਜ ਕਰਨੇ ਹਨ। ਜੇ ਅਸੀਂ ਪਹਿਲਾਂ ਇਹਨੂੰ ਪੜ੍ਹ ਲਈਏ ਕੁਛ ਇੱਕ ਦੋ ਵਾਰ ਤਾਂ ਕਿ ਸੁਰਤ ਵਿੱਚ ਗਿਆਨ ਹੋ ਜੇ, ਫਿਰ ਇਹਦਾ ਵਿਚਾਰ ਕਰੀਏ। ਸ਼ਲੋਕ। ਅਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਤਨਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਮ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਸ ਸ਼ਲੋਕ ਵਿੱਚ ਸਾਹਿਬ ਨੇ ਸਾਨੂੰ ਆਪਣੇ ਅਧਿਆਤਮ ਦੇ ਦਰਸ਼ਨ ਕਰਾਏ ਹਨ। ਅਸਲ ਵਿੱਚ ਕਮਾਈ ਜੀਵਨ ਦੀ ਕੀ ਹੈ? ਗੁਰੂ ਸ਼ਬਦ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਗੁਰਮਤ ਵਿੱਚ ਅਹਿਮੀਅਤ ਰੱਖਦਾ ਹੈ। ਸਾਡੀ ਸਾਰੀ ਯਾਤਰਾ ਗੁਰੂ ਨੂੰ ਮਿਲਣ ਦੀ ਹੈ। ਗੁਰੂ ਨੂੰ ਜੀਵਨ ਵਿੱਚ ਅਸੀਂ ਕਿਵੇਂ ਜਾਣ ਸਕਦੇ ਹਾਂ, ਸਾਹਿਬ ਸਮਝਾ ਰਹੇ ਹਨ। ਜਦੋਂ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਪੁੱਛਿਆ ਹੈ, ਕਵਣ ਮੂਲ ਕਵਣ ਮਤ ਵੇਲਾ ਕਵਣ ਗੁਰੂ ਕਿਸ ਕਾ ਤੂੰ ਚੇਲਾ। ਕੀ ਮੂਲ ਹੈ ਇਸ ਦੁਨੀਆ ਦਾ? ਇਹ ਜਿਹੜਾ ਜੀਵਨ ਦਾ ਸਮਾਂ ਹੈ, ਇਹ ਵੇਲਾ ਕਾਹਦੇ ਲਈ ਹੈ? ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ, ਕਵਣ ਗੁਰੂ ਕਿਸ ਕਾ ਤੂੰ ਚੇਲਾ। ਅਧਿਆਤਮਕ ਪੁਰਸ਼ ਜਦੋਂ ਰੂਹਾਨੀਅਤ ਵਿੱਚ ਲੀਨ ਹੁੰਦਾ ਹੈ ਤਾਂ ਉਹਦੇ ਅੰਤਰ-ਆਤਮਾ ਵਿੱਚ ਰੋਮ ਰੋਮ ਵਿੱਚ ਨਾਮ ਹੀ ਵਸਦਾ ਹੈ। ਸੋਚ ਤੋਂ ਪਰੇ ਜੋ ਸੁਰਤ ਦੀ ਪ੍ਰੇਰਨਾ ਹੁੰਦੀ ਹੈ, ਜੋ ਸ਼ਬਦ ਸਾਹਿਬ ਨੂੰ ਉਤਰਦੇ ਹਨ, ਉਹ ਸਭ ਸਤ ਸਰੂਪ ਹਨ। ਜਿਵੇਂ ਨਿਰੰਕਾਰ ਆਪ ਬੋਲਦਾ ਹੋਏ, ਜਿਵੇਂ ਸਤ ਆਪਣੇ ਆਪ ਪ੍ਰਗਟ ਹੋ ਕੇ ਸਾਹਿਬ ਦੇ ਨਾਲ ਨਾਲ ਚੱਲਦਾ ਹੋਏ, ਜਿਵੇਂ ਜੋਤ ਔਰ ਅਧਿਆਤਮ ਦੇ ਗਹਿਨ ਅਨੁਭਵ ਆਪਣੇ ਆਪ ਵਿੱਚ ਪ੍ਰਗਟ ਹੁੰਦਾ ਹੋਏ ਸ਼ਬਦਾਂ ਰਾਹੀਂ, ਜਿਵੇਂ ਕੋਈ ਹਨੇਰੇ ਵਿੱਚ ਆਵਾਜ਼ ਮਾਰ ਕੇ ਚਾਨਣ ਕਰ ਦੇ। ਗੁਰੂ ਨਾਨਕ ਸਾਹਿਬ ਦੇ ਬਚਨ ਮੇਰੇ ਮਨ ਦੇ ਅੰਤਰਾਤਮਾ ਦੇ ਹਨੇਰੇ ਵਿੱਚ ਚਾਨਣ ਕਰਨ ਦੀ ਕੰਮ ਕਰ ਸਕਦੇ ਹਨ। ਸਾਹਿਬ ਦਾ ਉਪਦੇਸ਼ ਮੇਰੇ ਜੀਵਨ ਨੂੰ ਪਲਟ ਸਕਦਾ ਹੈ। ਸਾਹਿਬ ਦੇ
ਬਾਣੀ ਦੇ ਦਰਸ਼ਨ ਸਾਹਿਬ ਨੂੰ ਮਿਲਣ ਦੀ ਵਿਧੀ ਹੋ ਸਕਦੇ ਹਨ। ਕਿਵੇਂ ਕੋਈ ਗੁਰੂ ਨਿਰੰਕਾਰ ਦੀ ਗੱਲ ਧਰਤੀ 'ਤੇ ਲਿਆਏ ਔਰ ਸਾਨੂੰ ਸਮਝਾਏ। ਸੌਖਾ ਕੰਮ ਨਹੀਂ ਹੈ, ਕਿਉਂਕਿ ਉਸ ਦੁਨੀਆ ਦੀ ਗੱਲ ਔਰ ਉਸ ਦੁਨੀਆ ਦੀ ਭਾਸ਼ਾ ਅਲੱਗ ਹੈ, ਇੱਥੇ ਦੀ ਭਾਸ਼ਾ ਅਲੱਗ ਹੈ। ਯਤਨ ਮਹਾਰਾਜ ਕਿਉਂ ਕਰਦੇ ਹਨ? ਪਰਉਪਕਾਰੀ ਪੁਰਸ਼ ਆਪਣੇ ਪ੍ਰੇਮ ਦਾ ਇਜ਼ਹਾਰ ਦੂਸਰਾਂ ਦੇ ਪਰਉਪਕਾਰ ਤੋਂ ਕਰਦਾ ਹੈ, ਆਪਣਾ ਆਪ ਮਿਟਾ ਦਿੰਦਾ ਹੈ ਤਾਂ ਕਿ ਦੂਸਰਿਆਂ ਨੂੰ ਪ੍ਰਕਾਸ਼ ਹੋ ਸਕੇ। ਆਪਣਾ ਆਪ ਦੁਨਿਆਵੀ ਪੱਧਰ 'ਤੇ ਮਿਟਣਾ ਹੀ ਹੈ। ਇਹ ਸਭ ਸਤ ਨਹੀਂ ਹੈ। ਮੇਰਾ ਸਰੀਰ, ਮੇਰੇ ਜੀਵਨ, ਮੇਰੇ ਆਸ-ਪਾਸ ਦੇ ਕਾਰੋਬਾਰ, ਵਿਵਹਾਰ, ਇਹ ਉਸ ਕਸੌਟੀ 'ਤੇ ਸਤ ਨਹੀਂ ਬੈਠਦੇ ਜਿਸ ਨੂੰ ਸਾਹਿਬ ਸਤਨਾਮ ਕਹਿੰਦੇ ਹਨ। ਕਰਾਮਾਤ ਗੁਰੂ ਦੀ ਹੈ ਕਿ ਉਹ ਨਿਰੰਕਾਰ ਦੀ ਗੱਲ ਸਾਨੂੰ ਇਸ ਤਰ੍ਹਾਂ ਕਰਦੇ ਹਨ ਤਾਂ ਕਿ ਅਸੀਂ ਪ੍ਰੇਰਿਤ ਹੋ ਕੇ ਉਹਦੇ ਵੱਲ ਟੁਰਨਾ ਸ਼ੁਰੂ ਕਰੀਏ। ਜੀਵਨ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਮੇਰਾ ਮਨ ਦਾ ਬਹਾਵ ਕਿਸ ਪਾਸੇ ਨੂੰ ਜਾ ਰਿਹਾ ਹੈ। ਜਿੱਧਰ ਮੈਂ ਮੂੰਹ ਕਰਕੇ ਜੀਵਾਂਗਾ, ਜਿਸ ਪਾਸੇ ਨੂੰ ਮਨ ਦਾ ਬਹਾਵ ਹੋਏਗਾ, ਉਸ ਤਰ੍ਹਾਂ ਦਾ ਮੈਂ ਬਣ ਜਾਵਾਂਗਾ। ਗੁਰਮੁਖ ਇਸੇ ਨੂੰ ਕਿਹਾ ਹੈ, ਜਿਹੜਾ ਗੁਰੂ ਵੱਲ ਮੁੱਖ ਕਰਕੇ ਚੱਲਦਾ ਹੈ, ਜਿਸ ਦਾ ਮਨ ਗੁਰੂ ਵੱਲ ਪ੍ਰੇਰਿਤ ਹੋ ਰਿਹਾ ਹੈ। ਧੰਨ ਆਪ ਲੋਗ ਹੋ। ਨਮਸਕਾਰ ਹੈ ਸਭ ਨੂੰ। ਇਹ ਜਪਜੀ ਦੇ ਦਰਸ਼ਨ ਆਪ ਦੀ ਪ੍ਰੇਰਨਾ ਨਾਲ ਘੜੀ ਘੜੀ ਹੁੰਦੇ ਰਹੇ ਹਨ। ਅੱਜ ਸਾਹਿਬ ਨਾਲ ਇਸ ਸ਼ਲੋਕ ਦੀ ਵਿਚਾਰ ਇੱਕ ਤਰ੍ਹਾਂ ਦਾ ਜਪਜੀ ਦੇ ਦਰਸ਼ਨ ਦਾ ਉੱਤਮ ਐਕਸਪੀਰੀਅੰਸ ਹੈ। ਸਾਹਿਬ ਤਾਂ ਦੂਰ ਨਹੀਂ ਹਨ, ਮੇਰੀ ਸੁਰਤ ਇਕਾਗਰ ਨਹੀਂ ਹੈ, ਨਾ ਹੀ ਮੈਂ ਸੁਰਤ ਨੂੰ ਘੜਿਆ ਹੈ ਤਾਂ ਕਿ ਮੈਂ ਉਹਨਾਂ ਨੂੰ ਜਾਣ ਸਕਾਂ। ਜਦੋਂ ਮੇਰੀ ਸੁਰਤ ਇਕਾਗਰ ਹੋ ਜਾਏ ਔਰ ਮੈਂ ਇਸ ਨੂੰ ਘੜਦਿਆਂ, ਇਸ ਦੇ ਝੂਠ ਨੂੰ ਤਿਆਗ ਕੇ ਸ਼ਬਦ ਵਿੱਚ ਲੀਨ ਕਰਦਿਆਂ, ਤਾਂ ਸਾਹਿਬ ਨੂੰ ਮਿਲਣ ਦੀ ਵਿਧੀ ਹੋ ਸਕਦੀ ਹੈ। ਗੁਰੂ ਦੇ 3 ਦਰਸ਼ਨ ਹਨ। ਨਿਰੰਕਾਰ ਰੂਪੀ ਸ਼ਕਤੀ ਜਿਹੜੀ ਸਾਰੀ ਜਗਤ ਨੂੰ ਬਣਾਉਂਦੀ ਹੈ, ਉਸ ਨੂੰ ਵੀ ਗੁਰੂ ਕਹਿੰਦੇ ਹਨ। ਸ਼ਬਦ ਗੁਰੂ ਜਿਹੜਾ ਪ੍ਰਗਟ ਹੈ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਦੇ ਦੂਜੇ ਦਰਸ਼ਨ ਹਨ। ਔਰ ਤੀਸਰੇ ਦਰਸ਼ਨ ਖਾਲਸੇ ਦੇ ਹਨ। ਧੰਨ ਗੁਰੂ ਨਾਨਕ ਸਾਹਿਬ ਦੁਨੀਆ ਵਿੱਚ ਇਹੋ ਜਿਹੀ ਵਿਚਾਰ ਆਰੰਭ ਕਰਦੇ ਹਨ ਜਿਹਦੇ ਨਾਲ ਸ਼ਬਦ ਗੁਰੂ ਦਾ ਪ੍ਰਗਟਾਵਾ ਸਦਾ ਲਈ ਹੁਣ ਹਾਜ਼ਰ ਹੈ। ਉਸ ਸ਼ਬਦ ਗੁਰੂ ਨੂੰ ਮੈਂ ਜਾਣਿਆ, ਮੈਂ ਕਮਾਇਆ ਜਾਂ ਨਹੀਂ ਕਮਾਇਆ, ਇਹ ਬੰਦ ਐਸੇ ਚੀਜ਼ ਦਾ ਪ੍ਰਗਟਾਵਾ ਕਰਦਾ ਹੈ। ਮਹਾਰਾਜ ਤੇ
ਦਰਸ਼ਨਾਂ ਨੂੰ ਨਮਸਕਾਰ ਕਰੀਏ, ਉਹਨਾਂ ਦੇ ਪ੍ਰੇਮ ਔਰ ਕਿਰਪਾ ਨੂੰ ਸੀਸ ਝੁਕਾਈਏ। ਉਹਨਾਂ ਦੀ ਕਿਰਪਾ ਬਿਨਾਂ ਸ਼ਬਦ ਦੀ ਵਿਚਾਰ ਹੋ ਨਹੀਂ ਸਕਦੀ। ਇਹ ਉਹਨਾਂ ਦਾ ਪ੍ਰੇਮ ਹੈ, ਉਹਨਾਂ ਦੀ ਕਿਰਪਾ ਹੈ ਕਿ ਅਸੀਂ ਪੌੜੀ ਦਰ ਪੌੜੀ ਉਹਨਾਂ ਦੀ ਜਪਜੀ ਸਾਹਿਬ ਦੇ ਦਰਸ਼ਨ ਕਰਦੇ ਆ ਰਹੇ ਹਾਂ। ਔਰ ਅਨੇਕਾਂ ਹੀ ਭੁੱਲਾਂ ਹੋਈਆਂ, ਅਨੇਕਾਂ ਹੀ ਉਣਤਾਈਆਂ ਹੋਈਆਂ। ਵਿਚਾਰ ਤਾਂ ਅਧੂਰਾ ਹੈ ਮਹਾਰਾਜ। ਸ਼ਬਦ ਦੀ ਵਿਚਾਰ ਕੌਣ ਕਰ ਸਕਦਾ ਹੈ? ਜਿਸ ਨੂੰ ਸ਼ਬਦ ਦਾ ਗਿਆਨ ਸੁਰਤ ਕਰਕੇ ਹੋਏ, ਜਿਹੜਾ ਆਪ ਨਾ ਹੋਏ, ਸਿਰਫ ਸ਼ਬਦ ਹੀ ਹੋਏ, ਉਹੀ ਜਾਣ ਸਕਦਾ ਹੈ ਸ਼ਬਦ ਨੂੰ। ਉਹ ਕੌਣ ਲੋਕ ਨੇ, ਗੁਰੂ ਉਹਨਾਂ ਨੂੰ ਕਿਸ ਤਰ੍ਹਾਂ ਬਖਸ਼ਦਾ ਹੈ, ਇਹ ਵੀ ਗੱਲ ਇਸ ਬੰਦ ਵਿੱਚ ਚੱਲਦੀ ਹੈ। ਸਾਹਿਬ ਆਪਣੇ ਸ਼ਬਦ ਵਿੱਚ ਆਪ ਹਾਜ਼ਰ ਹਨ। ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹਨ, ਕੋਈ ਫੋਟੋ ਦੇ ਦਰਸ਼ਨ ਨਹੀਂ ਹਨ, ਕੋਈ ਮੂਰਤੀ ਨਹੀਂ ਹੈ, ਬਟ ਸ਼ਬਦ ਵਿੱਚ ਉਹਨਾਂ ਦੀ ਹਜ਼ੂਰੀ ਹੈ। ਉਹਨਾਂ ਨੂੰ ਮਿਲਣ ਦੀ ਇੱਕ ਵਿਧੀ ਹੈ। ਮੇਰਾ ਮਨ ਕਿਤਨਾ ਇਕਾਗਰ ਹੈ, ਮੈਂ ਇਸ ਸ਼ਬਦ ਵਿੱਚ ਕਿਤਨਾ ਲੀਨ ਹਾਂ, ਇਸ ਅਨੁਸਾਰ ਸ਼ਬਦ ਦੇ ਵਿੱਚ ਦਰਸ਼ਨ ਹੋ ਸਕਦੇ ਹਨ। ਮਹਾਰਾਜ ਨੂੰ ਸਿੱਧਾ ਨੇ ਪੁੱਛਿਆ ਹੈ ਤਾਂ ਸਾਹਿਬ ਕਹਿ ਰਹੇ ਹਨ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਪਵਨ ਦੀ ਗੱਲ ਔਰ ਗੁਰੂ ਦੀ ਗੱਲ ਇਸ ਬੰਦ ਵਿੱਚ ਵੀ ਹੈ ਔਰ ਸਾਹਿਬ ਦੇ ਇਸ ਜਵਾਬ ਵਿੱਚ ਵੀ ਹੈ। ਚੰਗਾ ਕਿਤਨਾ ਹੋਏ ਕਿ ਕੋਈ ਗੁਰੂ ਦੇ ਨਾਲ ਉਹਨਾਂ ਦੇ ਟੁਰਦੇ ਹੋਏ, ਉਹਨਾਂ ਦੇ ਚਰਨਾਂ ਵਿੱਚ ਆਪਣੇ ਸੀਸ ਝੁਕਾਉਂਦੇ ਹੋਏ, ਉਹਨਾਂ ਦੇ ਵਿਚਾਰ ਅੰਤਰਾਤਮਾ ਵਿੱਚ ਬਿਠਾ ਦੇ। ਇਹੀ ਤਾਂ ਸਾਰੀ ਗੱਲ ਹੈ ਕਿ ਮੇਰੇ ਵਿਚਾਰ ਮੁੱਕ ਜਾਣ ਔਰ ਗੁਰੂ ਦੇ ਵਿਚਾਰ ਜੀਵਨ ਵਿੱਚ ਆ ਜਾਣ। ਗੁਰੂ ਦੇ ਸ਼ਬਦ ਦੀ ਹਜ਼ੂਰੀ ਮਨ ਵਿੱਚ ਪ੍ਰਗਟ ਹੋ ਜਾਏ, ਝੂਠ ਮੈਂ ਤਿਆਗ ਦਿਆਂ। ਗੱਲ ਤਾਂ ਬੜੀ ਛੋਟੀ ਲੱਗਦੀ ਹੈ, ਪਰ ਕਿਤਨੇ ਜਨਮ ਬੇਅਰਥ ਹੋ ਜਾਂਦੇ ਹਨ ਇਸ ਸ਼ਬਦ ਦੇ ਸੁਣਨ ਦੇ ਵਿੱਚ। ਕਿਤਨੀ ਘਾਟ ਰਹਿ ਜਾਂਦੀ ਹੈ ਮਨ ਵਿੱਚ। ਮਨ ਦੀ ਤਿਆਰੀ ਨਹੀਂ ਕਰ ਪਾਉਂਦਾ ਹਾਂ ਮੈਂ। ਜਦੋਂ ਸਤਿਗੁਰੂ ਮੈਨੂੰ ਸ਼ਬਦ ਸੁਣਾਏ, ਮੇਰਾ ਜੀਵਨ ਪਲਟ ਜਾਏ। ਜਿਸ ਨੂੰ ਮੈਂ ਸਮਝਦਾ ਵਾਂ ਜੀਵਨ ਹੈ, ਉਹ ਤਾਂ ਸਾਹਿਬ ਦੱਸਦੇ ਹਨ ਇਸ ਬੰਦ ਵਿੱਚ ਇੱਕ ਖੇਲ ਹੈ। ਜਿਵੇਂ ਸ਼ੇਕਸਪੀਅਰ ਕਹਿੰਦਾ ਹੈ, ਆਲ ਦ ਵਰਲਡ ਇਜ਼ ਏ ਸਟੇਜ। ਅਸੀਂ ਸਾਰੇ ਉਹਦੇ ਵਿੱਚ ਐਕਟਿੰਗ ਕਰ ਰਹੇ ਹਾਂ। ਸਤਨਾਮ ਦੀ ਵਿਚਾਰ ਤੋਂ ਵੀ ਇਹੀ ਪ੍ਰਗਟ ਹੋਏਗਾ ਕਿ ਇਹ ਮੇਰਾ ਜਿਹੜਾ ਵਿਵਹਾਰਿਕ ਜੀਵਨ ਹੈ, ਇਹ ਤੇ ਸਿਰਫ ਸਮਾਂ ਕੱਢ ਰਿਹਾ ਹਾਂ ਮੈਂ। ਅਧਿਆਤਮਕ ਜੀਵਨ ਦੀ ਕੁੰਜੀ ਅਗਰ ਮਿਲ ਜਾਏ ਤਾਂ ਉਹ ਸਤ ਜੀਵਨ ਹੈ। ਤਾਂ ਸਾਹਿਬ ਕਹਿੰਦੇ ਹਨ ਕਿ ਪਵਨ ਆਰੰਭ, ਜਦੋਂ ਤੋਂ ਪਵਨ ਬਣੀ ਹੈ, ਸਤਿਗੁਰੂ ਨੂੰ ਕਮਾਉਣ ਦਾ ਇਹ ਵੇਲਾ ਹੈ।
ਔਰ ਸ਼ਬਦ ਗੁਰੂ ਹੈ, ਸੁਰਤ ਧੁਨ ਚੇਲਾ ਹੈ। ਇਸ ਭਾਵ ਤੋਂ ਅਗਰ ਅਸੀਂ ਸਮਝੀਏ ਮਹਾਰਾਜ ਦੀ ਗੱਲ, ਤਾਂ ਇਸ ਬੰਦ ਵਿੱਚ ਜਦੋਂ ਸਾਹਿਬ ਸਾਨੂੰ ਕਹਿੰਦੇ ਹਨ ਪਵਨ ਗੁਰੂ, ਤਾਂ ਉਸ ਨਿਰੰਕਾਰ ਦੀ ਗੱਲ ਕਰਦੇ ਹਨ ਜਿਸ ਨੇ ਸਭ ਕੁਝ ਬਣਾਇਆ ਹੈ। ਭਾਈ ਗੁਰਦਾਸ ਵੀ ਕੁਝ ਇਸੇ ਗੱਲ ਨੂੰ ਸੰਕੇਤ ਕਰਦੇ ਹਨ। ਕਿਰਪਾ ਗੁਰੂ ਦੀ ਹੈ ਕਿ ਇਸ ਸੁਰਤ ਦੀ ਗਿਆਨ ਕਰਕੇ ਮੈਂ ਇਸ ਸ਼ਬਦ ਦੀ ਕਮਾਈ ਕਰ ਸਕਦਾ ਹਾਂ। ਪਿਛਲੇ ਬੰਦਾਂ ਵਿੱਚ ਸਾਹਿਬ ਨੇ ਸਾਨੂੰ ਸਮਝਾਇਆ ਹੈ, ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਇੱਕ ਬਾਰਡਰ ਦੇ ਉੱਤੇ ਅਫਸਰ ਖੜਾ ਹੈ ਔਰ ਉਹ ਕਹਿ ਰਿਹਾ ਹੈ ਕਿ ਪਾਸਪੋਰਟ ਔਰ ਵੀਜ਼ਾ ਚਾਹੀਦਾ ਹੈ ਇਸ ਬਾਰਡਰ ਨੂੰ ਪਾਰ ਕਰਨ ਲਈ। ਇਹ ਕੀ ਹਨ? ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ। ਸੁਰਤ ਨੂੰ ਘੜਨਾ ਸ਼ਬਦ ਦੀ ਟਕਸਾਲ ਦੇ ਵਿੱਚ, ਇਹ ਸਿੱਖ ਦੀ ਕਮਾਈ ਹੈ ਮਹਾਰਾਜ। ਔਰ ਨਦਰ ਉਹਦਾ ਵੀਜ਼ਾ ਹੈ ਜਿਸ ਨਾਲ ਅਸੀਂ ਇਸ ਦੁਨੀਆ ਨੂੰ ਜਿੱਤ ਕੇ ਅਧਿਆਤਮ ਦੇ ਸਿਖਰ ਵਿੱਚ ਪਹੁੰਚ ਸਕਦੇ ਹਾਂ। ਜਾਣਨਾ ਕਿਸ ਗੱਲ ਨੂੰ ਹੈ? ਮੇਰਾ ਪਾਸਪੋਰਟ ਤਿਆਰ ਮੈਂ ਕਰਨਾ ਹੈ, ਵੀਜ਼ਾ ਨਦਰ ਦੀ ਗੁਰੂ ਨਾਨਕ ਸਾਹਿਬ ਲਗਾਉਣ ਨੂੰ ਉਡੀਕ ਰਹੇ ਹਨ। ਦਰਅਸਲ ਇਹ ਸਾਰੀ ਗੱਲ ਪ੍ਰੇਮ ਦੇ ਆਧਾਰ ਤੇ ਚੱਲਦੀ ਹੈ। ਜਿਸ ਤਰ੍ਹਾਂ ਦਾ ਗੁਰੂ ਨੂੰ ਪ੍ਰੇਮ ਹੈ ਸਾਰੀ ਸ੍ਰਿਸ਼ਟੀ ਨਾਲ, ਉਸ ਦੇ ਆਧਾਰ ਤੇ ਹੀ ਗੁਰੂ ਨੇ ਸ਼ਬਦ ਨੂੰ ਪ੍ਰਗਟ ਕੀਤਾ ਹੈ। ਜਗਤ ਨੂੰ ਜਲਦਾ ਦੇਖ ਕੇ ਗੁਰੂ ਨੇ ਆਪਣੇ ਜੀਵਨ ਨੂੰ ਅਧਿਆਤਮ ਦੇ ਗਿਆਨ ਦੇਣ ਲਈ ਉਸ ਮਾਰਗ ਵਿੱਚ ਪੈਰ ਧਰੇ ਹਨ, ਤਾਂ ਕਿ ਜੋ ਭਟਕ ਗਏ ਹਨ, ਜੋ ਹਨੇਰੇ ਵਿੱਚ ਹਨ, ਜੋ ਦੁੱਖ ਵਿੱਚ ਹਨ, ਜੋ ਵਿਆਕੁਲ ਹਨ, ਪਰੇਸ਼ਾਨ ਹਨ, ਉਹਨਾਂ ਨੂੰ ਸ਼ਬਦ ਦਾ ਸਹਾਰਾ ਮਿਲ ਸਕੇ। ਇਸ ਭਾਵ ਨਾਲ ਜਿਸ ਦਰਵਾਜ਼ੇ ਤੋਂ ਅਸੀਂ ਸੁੱਖ ਦਾ ਦਰਵਾਜ਼ਾ ਜਾਣਦੇ ਹਾਂ, ਉਹ ਸਿਰਫ ਸ਼ਬਦ ਦੀ ਕਮਾਈ ਦੇ ਵਿੱਚ ਹਾਜ਼ਰ ਹੈ। ਇਹਦੀ ਕੁੰਜੀ, ਨਦਰ ਰੂਪੀ ਕੁੰਜੀ ਗੁਰੂ ਸਾਨੂੰ ਦਿੰਦਾ ਹੈ। ਜਦੋਂ ਗੁਰੂ ਨਦਰ ਬਖਸ਼ੇਗਾ, ਸਾਡੀ ਸੁਰਤ ਦੀ ਕਮਾਈ ਹੋਣ ਤੇ ਗੁਰੂ ਨਦਰ ਬਖਸ਼ੇਗਾ। ਮੇਰਾ ਕੰਮ ਸ਼ਬਦ ਨਾਲ ਸੁਰਤ ਨੂੰ ਘੜਨਾ ਹੈ, ਪਰ ਮੈਂ ਤਾਂ ਚੱਲਿਆ ਨਹੀਂ, ਮੈਨੂੰ ਸੁਰਤ ਦਾ ਗਿਆਨ ਵੀ ਨਹੀਂ, ਮੇਰਾ ਮਨ ਵੀ ਬੜਾ ਭਟਕਦਾ ਹੈ। ਰੋਜ਼ਮर्रा ਦੇ ਜੀਵਨ ਵਿੱਚ ਬੜੀ ਸ਼ਕਤੀ ਵਿਅਰਥ ਜਾਂਦੀ ਹੈ। ਮੈਂ ਸਮਾਂ ਨਹੀਂ ਕੱਢ ਪਾ ਰਿਹਾ ਕਿ ਆਪਣੇ ਸਤ ਵੱਲ ਮੁੱਖ ਕਰਕੇ ਗੁਰੂ ਵੱਲ ਤੁਰ ਸਕਾਂ। ਦਰਅਸਲ ਸਾਹਿਬ ਇਸ ਬੰਦ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਅਸਲ ਮੁਸ਼ੱਕਤ ਇਸ ਧਰਤੀ ਵਿੱਚ ਆਉਣ ਦੀ ਕੀ ਹੈ, ਔਰ ਬਾਕੀ ਸਮਾਂ ਕੱਢ ਕੇ ਚਲੇ ਜਾਂਦੇ ਹਨ। ਸ਼ਬਦ ਗੁਰੂ ਦੀ ਕਮਾਈ ਔਰ ਸ਼ਬਦ ਗੁਰੂ ਦੀ ਹਜ਼ੂਰੀ, ਇਹ ਉਹ ਦੋ ਪੱਖ ਨੇ ਸਿੱਖੀ ਦੇ ਜੀਵਨ ਦੇ
ਜਿਹਦੇ 'ਚ ਗੁਰੂ ਨਾਨਕ ਹਾਜ਼ਰ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਦੇ ਹਾਜ਼ਰ ਹਜ਼ੂਰ ਦਰਸ਼ਨ ਹੋ ਸਕਦੇ ਹਨ। ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ। ਸਭ ਕੁਝ ਜੀ ਲੈਂਦੇ ਹਾਂ ਅਸੀਂ, ਸਭ ਕੁਝ ਅਸੀਂ ਜੀਵਨ ਵਿੱਚ ਆ ਕੇ ਭੋਗ ਲਿਆ ਹੈ, ਪਰ ਅਸਲ ਤੱਤ ਅਗਰ ਵੰਚਿਤ ਰਹਿ ਗਿਆ ਤਾਂ ਕੁਛ ਵੀ ਨਹੀਂ ਮਿਲਿਆ। ਇਸ ਕਰਕੇ ਆਪ ਦੇਖਦੇ ਹੋ ਕਿ ਜੀਵਨ ਦੋ ਪੱਖੀ ਚੱਲਦਾ ਹੈ। ਰੋਜ਼ਮर्रा ਦਾ ਜੀਵਨ ਹੈ ਜਿਹਦੇ ਵਿੱਚ ਹਉਮੈ ਹੰਕਾਰ ਪ੍ਰਬਲ ਹੈ। ਇਹ ਉਹਦੀ ਮਾਇਆ ਹੈ। ਉਹਦੀ ਮਾਇਆ ਦੇ ਵਿੱਚ ਮੈਂ ਉਸ ਨੂੰ ਭੁੱਲ ਜਾਵਾਂ, ਇਹ ਮੇਰਾ ਦੋਸ਼ ਹੈ। ਜਾਣਨਾ ਕਿਸ ਨੂੰ ਹੈ? ਅੰਤਰ ਆਤਮਾ ਦੇ ਵਿੱਚ ਮਨ ਦੇ ਅੰਦਰ ਇੱਕ ਇਹੋ ਜਿਹਾ ਸੱਤ ਛਿਪਿਆ ਹੈ ਜਿਹਦੇ ਵਿੱਚ ਸਾਰੇ ਦੁਨੀਆ ਦੇ ਭੇਦ ਖੁੱਲ੍ਹ ਜਾਂਦੇ ਹਨ, ਸਭ ਰੋਗ ਮਿਟ ਜਾਂਦੇ ਹਨ, ਸਭ ਦੁੱਖ ਖਤਮ ਹੋ ਜਾਂਦੇ ਹਨ, ਔਰ ਜੋ ਛੱਡਣਾ ਹੀ ਹੈ ਉਹ ਛੱਡਿਆ ਜਾਂਦਾ ਹੈ। ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਇਸ ਗੱਲ ਨੂੰ ਪ੍ਰਣ ਕਰ ਲਈਏ ਕਿ ਸ਼ਬਦ ਨਾਲ ਸਾਂਝ ਐਸੀ ਪਾਣੀ ਹੈ ਕਿ ਮੇਰਾ ਮਨ ਟਿਕ ਜਾਏ। ਟੁਕਦਮ ਕਰਾਰੀ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ। ਔਰ ਮੈਂ ਮਨ ਦੀ ਇਸ ਖੋਜ ਵਿੱਚ ਜੀਵਨ ਦੇ ਤੱਤ ਸ਼ਕਤੀ ਨੂੰ ਲਗਾ ਦਿਆਂ। ਜਿਵੇਂ ਸਾਹਿਬ ਸਾਨੂੰ ਰੇਮਨ ਦੇ ਸ਼ਬਦ ਵਿੱਚ ਸਮਝਾਉਂਦੇ ਹਨ, ਰੇਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭ ਹੈ ਕਰ ਸਮਝੋ, ਮਨ ਹੀ ਮਾਂ ਹੈ ਉਦਾਸਾ। ਜੀਵਨ ਤਾਂ ਜੀ ਰਹੇ ਹਨ, ਪਰ ਬਿਨਾਂ ਤੱਤ ਗਿਆਨ ਦੇ, ਬਿਨਾਂ ਸੱਤ ਨੂੰ ਜਾਣੇ ਮੇਰਾ ਮਨ ਉਦਾਸ ਰਹਿੰਦਾ ਹੈ, ਕਿਉਂਕਿ ਮੇਰੇ ਜੀਵਨ ਦੀ ਤੱਤ ਸ਼ਕਤੀ ਉਸ ਤੱਤ ਗਿਆਨ ਨੂੰ ਜਾਣਨ ਵਾਸਤੇ ਹੈ ਜਿਹਦੇ ਲਈ ਮੈਂ ਜਨਮ ਮਿਲਿਆ ਹੈ। ਇਹ ਗੁਰੂ ਨਾਨਕ ਸਾਹਿਬ ਦੇ ਪਰਉਪਕਾਰ ਹੈ, ਉਹਨਾਂ ਦਾ ਪ੍ਰੇਮ ਹੈ। ਸਾਨੂੰ ਰਾਹ ਦੱਸਦੇ ਹਨ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਮ ਚੇਲਾ। ਇਸ ਗੱਲ ਨੂੰ ਅਸੀਂ ਜਿਤਨੀ ਜ਼ਿਆਦਾ ਕਮਾ ਲਈਏ ਉਤਨੀ ਘੱਟ ਹੈ। ਝੂਠ ਨੂੰ ਤਿਆਗਣ ਲਾ ਕੋਈ ਸੌਖਾ ਕੰਮ ਨਹੀਂ ਹੈ, ਕਿਉਂਕਿ ਅਸੀਂ ਝੂਠ ਨੂੰ ਹੀ ਜੀਂਦੇ ਹਾਂ, ਝੂਠ ਨੂੰ ਹੀ ਜਾਣਦੇ ਹਾਂ, ਔਰ ਝੂਠ ਹੀ ਸਾਡੇ ਆਲੇ ਦੁਆਲੇ ਸਾਨੂੰ ਘੇਰਿਆ ਬੈਠਾ ਹੈ। ਔਰ ਇਹਦਾ ਤਿਆਗ ਸੌਖਾ ਨਹੀਂ ਹੈ ਮਹਾਰਾਜ, ਕਿਉਂਕਿ ਮੇਰੇ ਸਾਰੇ ਜੀਵਨ ਦੇ ਸਾਂਝ ਨੂੰ ਮੈਂ ਕਿਵੇਂ ਛੋੜ ਸਕਦਾ ਹਾਂ? ਜਿਵੇਂ ਕੋਈ ਬੀਬੀ ਆਪਣੇ ਵਿਆਹ ਤੋਂ ਬਾਅਦ ਆਪਣੇ ਘਰ ਨੂੰ ਛੱਡ ਕੇ ਆਪਣੇ ਵਿਆਹੇ ਘਰ ਜਾਂਦੀ ਹੈ, ਇਵੇਂ ਕਿਤਨੇ ਵਿਛੋੜੇ ਦਾ ਦੁੱਖ ਹੁੰਦਾ ਹੈ। ਇਸ ਤਰ੍ਹਾਂ ਇਹ ਜੀਵਨ ਸਾਡਾ ਕੁਝ ਘੜੀ ਦੀ ਧਰਮਸਾਲ ਹੈ, ਪਰ ਸਾਡਾ ਅਸਲ ਵਿਆਹ ਤਾਂ ਨਿਰੰਕਾਰ ਦੇ ਸ਼ਬਦ ਦੇ ਨਾਲ ਹੈ। ਇਹ ਜੀਵਨ ਤਾਂ ਹੀ ਛੱਡਿਆ ਜਾ ਸਕਦਾ ਹੈ ਜਦੋਂ ਸ਼ਬਦ ਨਾਲ ਸੁਰਤ ਇਕਾਗਰ ਹੋ ਜਾਏ ਔਰ ਉਸ ਦਾ ਪ੍ਰੇਮ ਮਿਲ ਜਾਏ ਜਿਹਦੇ ਘਰ ਵਿੱਚ ਅਸੀਂ ਵਿਆਹਣਾ ਹੈ।
ਸਾਡਾ ਪੁਰਸ਼ ਜਿਹੜਾ ਹੈ, ਅਗਰ ਉਹਦਾ ਪੂਰਾ ਪ੍ਰੇਮ ਮਿਲ ਜਾਏ, ਫਿਰ ਇਹ ਦੁਨੀਆ ਛੱਡਣੀ ਵੀ ਲੱਗਦਾ ਇਸ ਤਰ੍ਹਾਂ ਹੈ ਸੌਖੀ ਹੋ ਜਾਂਦੀ ਹੈ, ਕਿਉਂਕਿ ਪ੍ਰੇਮ ਵਿੱਚ ਸਾਰੇ ਦੁੱਖ ਬਹਿ ਜਾਂਦੇ ਹਨ, ਸਾਰੇ ਵਿਛੋੜੇ ਬਹਿ ਜਾਂਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਜੀ ਮਹਾਰਾਜ ਸਾਨੂੰ ਇਸ ਸ਼ਬਦ ਗੁਰੂ ਦੇ ਦਰਸ਼ਨ ਕਰਾ ਰਹੇ ਹਨ। ਪਵਨ ਗੁਰੂ ਜਿਹੜਾ ਸਾਰੀ ਪਾਣੀ ਨੂੰ ਬਣਾਉਂਦਾ ਹੈ, ਹਵਾ ਨੂੰ ਬਣਾ ਰਿਹਾ, ਹਵਾ ਤੋਂ ਹੀ, ਗੁਰੂ ਤੋਂ ਹੀ ਸਾਨੂੰ ਸਾਰੇ ਦਰਸ਼ਨ ਹੁੰਦੇ ਹਨ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤ, ਇਹ ਸਾਰੇ ਗੁਰੂ ਨੇ ਹੀ ਬਣਾਏ ਹਨ। ਮਾਤਾ ਔਰ ਪਿਤਾ ਅਗਰ ਦੇਖਿਆ ਜਾਏ ਤਾਂ ਜੀਵਨ ਰੂਪ ਵਿੱਚ ਅਗਰ ਇਸ ਧਰਤੀ ਔਰ ਪਾਣੀ ਨੂੰ ਕਹਿ ਦਈਏ ਤਾਂ ਕੋਈ ਮਾੜਾ ਨਹੀਂ ਹੈ। ਇਹ ਤਾਂ ਨਿਰੰਕਾਰ ਦੀ ਖੇਡ ਹੈ। ਉਸ ਗੁਰੂ ਨੇ ਸਾਨੂੰ ਖੇਲਣ ਲਈ ਇੱਕ ਦਰਸ਼ਨ ਕਰਾਏ ਹਨ। ਜਿਵੇਂ ਗੁਰੂ ਨਾਨਕ ਸਾਹਿਬ ਸਾਨੂੰ ਪਹਿਲਾਂ ਧਰਮਸਾਲ ਦੀ ਗੱਲ ਕਰਦੇ ਹਨ, ਉੱਥੇ ਵੀ ਪਵਨ ਔਰ ਪਾਣੀ ਦੀ ਗੱਲ ਚਲਾਉਂਦੇ ਹਨ ਔਰ ਨਾਲ ਸਮਝਾਉਂਦੇ ਹਨ, ਸਮੇਂ ਦੀ ਵੀ ਗੱਲ ਚਲਾਉਂਦੇ ਹਨ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਸਾਰੇ ਜਗਤ ਦੀ ਕ੍ਰੀਏਸ਼ਨ ਦੀ ਗੱਲ ਹੈ। ਇਹ ਸ਼ਲੋਕ ਮੇਰੇ ਮਨ ਦੀ ਧਰਮਸਾਲ ਦੀ ਗੱਲ ਹੈ। ਇਸੇ ਤਰ੍ਹਾਂ ਇਹੀ ਸਾਹਿਬ ਦਰਸ਼ਨ ਦੁਬਾਰਾ ਕਰਾ ਰਹੇ ਹਨ ਕਿ ਕੁਝ ਸਮੇਂ ਲਈ ਜੀਵਨ ਹੈ ਭਾਈ। ਜਦੋਂ ਮੌਤ ਨੂੰ ਜਾਣੀਏ ਤਾਂ ਇੱਕ ਪੱਖੋਂ ਮਨ ਬੇਚੈਨ ਔਰ ਉਦਾਸ ਹੋ ਜਾਂਦਾ ਹੈ ਕਿ ਇਹ ਸਭ ਛੱਡ ਕੇ ਜਾਣਾ ਪਏਗਾ, ਪਰ ਇਹ ਤਾਂ ਜੀਵਨ ਦਾ ਸੱਤ ਹੈ। ਮੈਨੂੰ ਮੌਤ ਨੂੰ ਜਾਣੇ ਬਿਨਾਂ ਜੀਵਨ ਨੂੰ ਨਹੀਂ ਜਾਣਿਆ ਜਾ ਸਕਦਾ। ਤਾਂ ਸਾਹਿਬ ਸਾਨੂੰ ਕਹਿੰਦੇ ਹਨ ਕਿ ਪਿਤਾ ਪਾਣੀ ਪਿਤਾ ਹੈ ਔਰ ਮਾਤਾ ਧਰਤ ਮਹਤ ਹੈ। ਮੇਰੀ ਧਰਤੀ ਮੇਰੇ ਮਨ ਵੀ ਹੈ ਔਰ ਪਾਣੀ ਦੇ ਦਰਸ਼ਨ ਜਿਹੜੇ ਹਨ ਉਹ ਅੰਮ੍ਰਿਤ ਰੂਪ ਵਿੱਚ ਵੀ ਹੋ ਸਕਦੇ ਹਨ। ਪਰ ਇਸ ਪੱਖ ਤੋਂ ਇਹਨੂੰ ਇਸ ਤਰ੍ਹਾਂ ਵਿਚਾਰ ਲਈਏ ਕਿ ਗੁਰੂ ਨੇ ਮੇਰੇ ਮਨ ਨੂੰ ਕੜਿਆ ਹੈ ਔਰ ਉਹ ਮੇਰੀ ਧਰਮਸਾਲ ਹੈ। ਧਰਮ ਨੂੰ ਕਮਾਉਣ ਦਾ ਸਮਾਂ ਹੈ, ਧਰਮ ਨੂੰ ਜਾਣਨ ਦਾ ਸਮਾਂ ਹੈ। ਇਹਦੇ ਵਿੱਚ ਹੁਣ ਦੁਨੀਆ ਵਿੱਚ ਅਗਰ ਦੁਨੀਆ ਦੇ ਪੱਧਰ ਤੋਂ ਦੇਖੀਏ ਤਾਂ ਵੀ ਇਹ ਸੱਤ ਬੈਠਦਾ ਹੈ। ਪਾਣੀ, ਧਰਤੀ ਔਰ ਹਵਾ, ਇਸ ਕਰਕੇ ਦੁਨੀਆ ਹੈ, ਇਸ ਕਰਕੇ ਮੈਂ ਹਾਂ। ਪਰ ਇਹਦੇ ਵਿੱਚ ਚੇਂਜ ਸਦਾ ਹਾਜ਼ਰ ਹੈ। ਇਹ ਜਿਹੜਾ ਦੁਨੀਆ ਦਾ ਪੱਖ ਮੈਂ ਜਾਣਦਾ ਹਾਂ, ਉਹਦੇ ਵਿੱਚ ਸਦਾ ਹੀ ਬਦਲਾਵ ਚੱਲਦਾ ਰਹਿੰਦਾ ਹੈ। ਤਾਂ ਦਿਵਸ ਰਾਤ ਦੋਈ ਦਾਈ ਦਾਇਆ, ਖੇਲੇ ਸਗਲ ਜਗਤ। ਇਸ ਬਦਲਾਵ ਵਿੱਚ ਲਗਾਤਾਰ ਚੇਂਜ ਨੂੰ ਸੰਸਾਰ ਕਹਿੰਦੇ ਹਨ। ਦਿਨ ਔਰ ਰਾਤ ਦੋਨੋਂ ਜਿਵੇਂ ਦਾਦਾ ਔਰ ਦਾਦੀ ਹੋਏ ਜਾਂ ਦਾਈ ਹੋਏ ਜਿਹੜੇ ਸੰਭਾਲਦੇ ਹਨ, ਇਹ ਇੱਕ ਜਿਵੇਂ ਕੋਈ ਸਟੇਜ ਦੀ ਗੱਲ ਕਰਦਾ ਹੋਏ ਜਿੱਥੇ ਪਲੇ ਚੱਲ ਰਿਹਾ ਹੋਏ, ਇਵੇਂ ਸਾਹਿਬ ਮੇਰੇ ਮਨ ਦੀ ਖੇਡ ਦੀ ਗੱਲ ਨੂੰ ਸਮਝਾ ਰਹੇ ਹਨ ਕਿ ਕਿਵੇਂ ਮਨ ਇਸ ਸਭ ਵਿੱਚ ਚੱਲਦਾ ਹੈ।
ਦਿਵਸ ਰਾਤ ਦੋਈ ਦਾਈ ਦਾਇਆ, ਖੇਲੇ ਸਗਲ ਜਗਤ। ਸਾਰਾ ਜਗਤ ਇਸ ਦੇ ਵਿੱਚ ਖੇਲ ਖੇਲ ਰਿਹਾ ਹੈ। ਖੇਲ ਬੜਾ ਅਚਰਜ ਸ਼ਬਦ ਹੈ। ਅਸੀਂ ਬਚਪਨ ਵਿੱਚ ਖੇਡ ਖੇਡਦੇ ਸੀ। ਉਸ ਵੇਲੇ ਜੀਵਨ ਹੀ ਖੇਲ ਲਿਖਦਾ ਸੀ। ਹਰ ਖੇਲ ਇਸ ਤਰ੍ਹਾਂ ਖੇਲਿਆ ਜਾਂਦਾ ਸੀ ਜਿਵੇਂ ਉਹ ਮਰਨੇ ਜੀਣ ਦਾ ਸਵਾਲ ਹੋ ਜੇ। ਅਗਰ ਹਾਰ ਗਏ ਤਾਂ ਸਭ ਕੁਝ ਹਾਰ ਗਏ, ਜਿੱਤ ਗਏ ਤਾਂ ਜੀਵਨ ਜਿੱਤ ਲਿਆ। ਇਹੀ ਸਮਝੀਏ ਕਿ ਜਿਵੇਂ ਬਚਪਨ ਵਿੱਚ ਅਸੀਂ ਖੇਲ ਖੇਲਿਆ ਹੈ, ਉਹੀ ਖੇਲ ਉਸੇ ਗਹਿਨ ਰੂਪ ਵਿੱਚ ਅੱਜ ਵੀ ਹਾਜ਼ਰ ਹੈ। ਅਸੀਂ ਅਗਰ ਪੂਰੇ ਪ੍ਰਾਣਾਂ ਨਾਲ ਇਸ ਖੇਲ ਨੂੰ ਖੇਲਾਂਗੇ ਔਰ ਗੁਰੂ ਨਾਨਕ ਸਾਹਿਬ ਦੀ ਵਿਧੀ ਨੂੰ ਸਮਝ ਲਵਾਂਗੇ ਤਾਂ ਸੱਤ ਨੂੰ ਜਾਣ ਕੇ ਜੀਆਂਗੇ। ਔਰ ਅਗਰ ਅਸੀਂ ਇਸ ਨੂੰ ਗੁਰੂ ਨਾਨਕ ਸਾਹਿਬ ਦੀ ਪ੍ਰੇਰਨਾ ਨਾਲ ਨਾ ਚੱਲ ਕੇ ਜੀ ਸਕੀਏ ਤਾਂ ਇਹ ਕੇਵਲ ਖੇਲ ਰਹਿ ਗਿਆ ਹੈ। ਫਿਰ ਜਿੱਥੇ ਸਮਾਂ, ਸ਼ਕਤੀ ਔਰ ਸਵਾਸ, ਇਹਨਾਂ ਨੂੰ ਖਰਚ ਕੇ ਅਸੀਂ ਇੱਕ ਖੇਲ ਖੇਲ ਲਿਆ ਹੈ, ਸੱਤ ਨੂੰ ਨਹੀਂ ਜਾਣਿਆ। ਪਰ ਇਸ ਖੇਲ ਦੇ ਪਿੱਛੇ ਬਹੁਤ ਵੱਡਾ ਸੱਤ ਛਿਪਿਆ ਹੈ। ਇੱਕ ਇਹੋ ਜਿਹਾ ਸੱਤ ਛਿਪਿਆ ਹੈ ਜਿਹੜਾ ਅਸੀਂ ਅਗਰ ਕਦੇ ਜਾਣ ਲਈਏ ਤਾਂ ਅਸੀਂ ਸਦਾ ਲਈ ਵਿਗਾਸ ਵਿੱਚ ਜੀ ਸਕਦੇ ਹਾਂ। ਸਾਹਿਬ ਕਹਿ ਰਹੇ ਹਨ, ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਜਦ ਤੱਕ ਮੈਂ ਇਸ ਘਰ ਵਿੱਚ ਹਾਂ ਜਿੱਥੇ ਸਦਾ ਹੀ ਖੇਲ ਚੱਲਦਾ ਹੈ ਤਾਂ ਮੇਰਾ ਮਨ ਇੱਕ ਪੱਖ ਤੋਂ ਸਦਾ ਹੀ ਵਿਆਕੁਲ ਰਹੇਗਾ। ਤਾਂ ਸਾਹਿਬ ਭਗਤ ਕਬੀਰ ਸਾਹਿਬ ਸਾਨੂੰ ਦਰਸ਼ਨ ਕਰਾਉਂਦੇ ਹਨ। ਉਹ ਕਹਿੰਦੇ ਹਨ ਕਿ ਮੌਤ ਤਾਂ ਮੇਰੇ ਲਈ ਇੱਕ ਸੈਲੀਬ੍ਰੇਸ਼ਨ ਹੈ। ਇਹ ਜਿਹੜੀ ਰੋਜ਼ ਦੀ ਮੇਰੀ ਦੁਨਿਆਵੀ ਪੱਧਰ 'ਤੇ ਬਿਖਰਾਵ ਹੁੰਦਾ ਹੈ, ਜਿੱਥੇ ਸਦਾ ਹੀ ਬਦਲਾਵ ਹੁੰਦਾ ਰਹਿੰਦਾ ਹੈ, ਇਸ ਨੂੰ ਮੈਂ ਸਦਾ ਲਈ ਛੱਡ ਦਿਆਂਗਾ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਇਸ ਪੱਖ ਤੋਂ ਸਾਹਿਬ ਸਾਨੂੰ ਦੱਸਦੇ ਹਨ ਕਿ ਜਦ ਤੱਕ ਸਰੀਰ ਰਹੇਗਾ ਤਦ ਤੱਕ ਵਿਘਨ ਕੁਝ ਨਾ ਕੁਝ ਜੀਵਨ ਵਿੱਚ ਚੱਲਦੇ ਰਹਿਣਗੇ। ਪਰ ਅਗਰ ਜੀਂਦੇ ਜੀ ਇਸ ਸਰੀਰ ਵਰਗੇ ਖੇਲ 'ਚੋਂ ਉਸ ਗਹਿਨ ਸੱਤ ਨੂੰ ਜਾਣ ਲਿਆ ਜਿਹੜਾ ਆਸਮਾਨ ਰੂਪੀ ਸਾਡੇ ਜੀਵਨ ਵਿੱਚ ਉਤਰਿਆ ਹੋਇਆ ਹੈ, ਅਸੀਂ ਉਹਨੂੰ ਜਾਣੀਏ ਕਿ ਨਾ ਜਾਣੀਏ, ਦੁਨੀਆ ਦਾ ਸੱਤ ਉਹੀ ਹੈ ਜਿਹੜਾ ਕਦੇ ਨਾ ਜਾਏਗਾ ਨਾ ਆਏਗਾ। ਨਾ ਉਹਦਾ ਆਰੰਭ ਹੈ, ਨਾ ਉਹਦਾ ਅੰਤ ਹੈ। ਨਾ ਉਹਨੂੰ ਜਾਣਿਆ ਜਾ ਸਕਦਾ ਹੈ, ਨਾ ਉਹਨੂੰ ਕਿਹਾ ਜਾ ਸਕਦਾ ਹੈ। ਉਹਨੂੰ ਜੀਆ ਜਾ ਸਕਦਾ ਹੈ, ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਪਰ ਉਸ ਜਗ੍ਹਾ ਤੋਂ ਜਿੱਥੋਂ ਐਕਸਪੀਰੀਅੰਸ ਸਾਹਿਬ ਦੇ ਜੀਵਨ ਵਿੱਚ ਹਾਜ਼ਰ ਹੈ, ਉੱਥੋਂ ਇੱਕ ਚਿੱਠੀ ਸਾਨੂੰ ਸਾਹਿਬ ਭੇਜਦੇ ਹਨ, ਸਾਡੇ ਲਈ, ਮੇਰੇ ਲਈ, ਮੇਰੇ ਮਨ ਦੇ ਉਧਾਰ ਲਈ, ਮੇਰੇ ਜੀਵਨ ਦੇ ਬਦਲਾਵ ਲਈ, ਦੁਨੀਆ ਵਿੱਚ ਆ ਕੇ ਸੱਤ ਨੂੰ ਕਮਾਉਣ ਲਈ। ਜਪਜੀ ਸਾਹਿਬ ਇੱਕ ਇਹ ਚਿੱਠੀ ਹੈ। ਕਿਤਨੀ ਕਿਰਪਾ ਹੈ ਗੁਰੂ ਸਾਹਿਬ ਦੀ ਕਿ ਇਸ ਦੀ ਪੌੜੀਆਂ ਵਿਚਾਰ ਵਿੱਚ ਕਰ ਸਕੇ। ਆਜੀਵਨ ਜਪਜੀ ਸਾਹਿਬ ਦਾ ਵਿਚਾਰ ਚੱਲੇ ਤਾਂ ਵੀ ਸ਼ਾਇਦ
ਜਪਜੀ ਸਾਹਿਬ ਦਾ ਸੱਤ ਨਾ ਜਾਣ ਸਕੀਏ। ਪਰ ਅਗਰ ਇਹਨਾਂ ਗਲੀਆਂ ਵਿੱਚ ਘੁੰਮਦੇ ਹੋਏ ਝੂਠ ਨੂੰ ਤਿਆਗ ਕੇ ਸੱਤ ਨੂੰ ਅਪਣਾਉਣ ਦੀ ਜਾਣਕਾਰੀ ਮਨ ਵਿੱਚ ਆ ਜਾਏ ਤਾਂ ਗੁਰਮੁਖ ਜੀਵਨ ਮਿਲ ਸਕਦਾ ਹੈ। ਤਾਂ ਫਿਰ ਗੁਰੂ ਨੂੰ ਮਿਲਣ ਦੀ ਦੇਰ ਨਹੀਂ ਲੱਗ ਸਕਦੀ। ਤਾਂ ਫਿਰ ਗੁਰੂ ਦੀ ਹਜ਼ੂਰੀ ਨੂੰ ਸਾਹਮਣੇ ਪ੍ਰਗਟ ਦੇਖਣ ਵਿੱਚ ਇੱਕ ਨਿਮਕ ਮਾਤਰ ਫਰਕ ਵੀ ਨਹੀਂ ਰਹਿ ਸਕਦਾ ਹੈ। ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿਖਲਾਈ। ਨਿਮਕ ਵਿੱਚ ਵੀ ਜਾਣ ਲਵਾਂਗੇ। ਇਸ ਖੇਲ ਨੂੰ ਪੂਰੀ ਤਰ੍ਹਾਂ ਜਾਣਨਾ ਪਏਗਾ। ਪਰ ਜਿਸ ਖੇਲ ਵਿੱਚ ਸਾਹਿਬ ਸਾਨੂੰ ਦੁਨੀਆ ਦੇ ਦਰਸ਼ਨ ਕਰਾ ਰਹੇ ਹਨ, ਦਿਵਸ ਰਾਤ ਦੋਈ ਦਾਈ ਦਾਇਆ ਖੇਲੈ ਸਗਲ ਜਗਤ, ਉਸ ਖੇਲ ਤੋਂ ਪਾਰ ਕਿਵੇਂ ਜਾਣਾ ਹੈ? ਉਸ ਖੇਲ ਨੂੰ ਪੂਰੀ ਤਰ੍ਹਾਂ ਕਿਵੇਂ ਜਾਣ ਲੈਣਾ ਹੈ? ਉਸ ਖੇਲ ਨੂੰ ਕਿਵੇਂ ਜੀਵਨ ਵਿੱਚ ਉਤਾਰ ਲੈਣਾ ਹੈ? ਇਹ ਗੁਰੂ ਸਾਹਿਬ ਦੇ ਗਿਆਨ ਔਰ ਦਰਸ਼ਨ ਦੇ ਮਾਰਗ ਵਿੱਚ ਅਸੀਂ ਚੱਲ ਰਹੇ ਹਾਂ। ਸਾਹਿਬ ਕਹਿੰਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਜਿਤਨੇ ਚਿਰ ਮੈਂ ਜੀਵਨ ਜੀਂਦਾ ਹਾਂ, ਜੋ ਵੀ ਮੈਂ ਕਰਦਾ ਹਾਂ, ਮੇਰਾ ਸਭ ਕਰਨਾ ਰਿਕਾਰਡ ਹੈ। ਮਨ ਦੇ ਵਿੱਚ ਹੀ ਰਿਕਾਰਡ ਹੈ। ਧਰਮ ਦੀ ਕਸੌਟੀ ਦੇ ਪਰਖਿਆ ਜਾਏਗਾ। ਧਰਮ ਕੀ ਹੈ? ਸਰਵ ਧਰਮ में श्रेष्ठ धर्म, हर को नाम जब निर्मल करम। ਧਰਮ ਉਹ ਵੀ ਹੈ ਜੋ ਅਸਲ ਤੱਤ ਵਿੱਚ ਗਿਆਨ ਮਨ ਵਿੱਚ ਪ੍ਰਗਟ ਹੈ। ਉਸ ਨੂੰ ਵੀ ਧਰਮ ਜਾਣਿਆ ਹੈ। ਉਸ ਦੀ ਕਸੌਟੀ 'ਤੇ ਮੈਂ ਜੀਵਨ ਕਿਵੇਂ ਜੀਆ ਹੈ, ਸੱਤ ਨੂੰ ਜਾਣਨ ਲਈ ਜੀਆ ਹੈ ਕਿ ਨਹੀਂ ਜੀਆ ਹੈ, ਇਹ ਸਭ ਮੈਨੂੰ ਮੇਰੇ ਗੁਰੂ ਤੋਂ ਨੇੜੇ ਜਾਂ ਦੂਰ ਕਰੇਗਾ। ਇਹ ਮੇਰੇ ਕਰਮ ਹਨ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਕਿਤਨੇ ਨੇੜੇ ਹੋ ਜਾਂਦੇ ਹਨ, ਕਿਤਨੇ ਦੂਰ ਚਲੇ ਜਾਂਦੇ ਹਨ। ਆਪਣੇ ਕਰਮਾਂ ਦੇ ਕਰਕੇ ਅਸੀਂ ਉਸ ਮਾਰਗ ਵਿੱਚ ਸਕਸੈਸਫੁਲ ਹੁੰਦੇ ਹਾਂ ਜਾਂ ਫੇਲ ਹੁੰਦੇ ਹਾਂ। ਕਰਮ ਕੀ ਹੈ? ਉਹ ਕਰਮ ਜਿਸ ਨਾਲ ਮੈਂ ਸੁਰਤ ਨੂੰ ਕੱਢ ਲਵਾਂਗਾ। ਸਾਹਿਬ ਸਾਨੂੰ ਉਪਦੇਸ਼ ਕਰਦੇ ਹੈ, ਇਹ ਮੇਰਾ ਕਰਮ ਹੈ ਕਿ ਮੈਂ ਉਸ ਸੁਰਤ ਦੀ ਘੜਨ ਵਿੱਚ ਸ਼ਬਦ ਦੇ ਨਾਲ ਲੀਨ ਹੋ ਕੇ ਉਸ ਕਮਾਈ ਵੱਲ ਜੀਵਨ ਨੂੰ ਜੀਆਂ। ਇਹ ਮੇਰਾ ਕਰਮ ਹੈ। ਪਰ ਜੀਵਨ ਵਿੱਚ ਦੋ ਸਾਈਕਲ ਹਨ। ਇੱਕ ਸਾਈਕਲ ਕਰਮਾਂ ਦਾ ਹੈ ਔਰ ਇੱਕ ਉਹਦਾ ਨਜ਼ਰ ਦਾ ਹੈ। ਜੇ ਉਹਦੀ ਨਜ਼ਰ ਹੋ ਜਾਏ ਤਾਂ ਉਹ ਮੇਰੇ ਕਰਮ ਵੀ ਕੱਟ ਦੇਗਾ। ਤਾਂ ਉਹਦੀ ਨਜ਼ਰ ਦੀ ਦੁਨੀਆ ਵਿੱਚ ਕਿਵੇਂ ਮੈਂ ਉਤਰਾਂਗਾ? ਕਿਵੇਂ ਮੈਂ ਉਸ ਮਾਰਗ ਵੱਲ ਜਾ ਸਕਾਂਗਾ ਜਿਹੜਾ ਕਰਮ ਦੇ ਸਾਈਕਲ ਨੂੰ ਤੋੜ ਕੇ ਨਜ਼ਰ ਵੱਲ ਜਾ ਸਕੇ? ਕਿਉਂਕਿ ਲੈ ਕਹਾ ਕਤਹੂ ਨਾ ਛੁੱਟੀਏ, ਹਮ ਖਿਨ ਖਿਨ ਭੂਲਨਹਾਰ। ਬਖਸ਼ਣਹਾਰਾ ਬਖਸ਼ ਲੈ, ਨਾਨਕ ਪਾਰ ਉਤਾਰ। ਇਹ ਦੁਨੀਆ ਵਿੱਚ ਜਿੰਦੇ ਹੋਏ ਮੇਰੇ ਕਰਮਾਂ ਦਾ ਸਾਈਕਲ ਨਹੀਂ ਕੱਟਿਆ ਜਾ ਸਕਦਾ। ਕਰਮਾਂ ਕਰਕੇ ਸੁੱਖ ਔਰ ਦੁੱਖ ਮਿਲੇਗਾ। ਕਰਮਾਂ ਕਰਕੇ ਨੇੜੇ ਔਰ ਦੂਰ ਤਾਂ ਹੋ ਸਕਦਾ ਹਾਂ, ਪਰ ਪਰਦਾ ਨਹੀਂ ਹਟੇਗਾ। ਪਰਦਾ ਤਾਂ ਉਸ ਦੀ ਗੁਰਪ੍ਰਸਾਦ ਦੇ ਕਰਕੇ ਹੈ। ਮੈਂ ਇਕਾਗਰ ਕਰ ਸਕਦਾ ਹਾਂ ਸੁਰਤ ਨੂੰ, ਮੈਂ ਮਨ ਨੂੰ ਸ਼ਾਂਤ ਵੀ ਕਰ ਸਕਦਾ ਹਾਂ, ਪਰ ਮਨ ਨੂੰ ਆਨੰਦ ਦੇ ਦਰਵਾਜ਼ੇ ਵਿੱਚ ਨਹੀਂ ਲਿਜਾ ਸਕਦਾ। ਦਸਮ ਦਵਾਰ ਕੁੰਜੀ ਜਬ ਦੀਜੈ, ਤਬ ਦਿਆਲ ਕੋ ਦਰਸ਼ਨ ਕੀਜੈ। ਇਹ ਕੁੰਜੀ ਉਹਨੇ ਆਪਣੇ ਕੋਲ ਰੱਖੀ ਹੈ। ਜਦੋਂ ਉਹ ਸਾਨੂੰ ਦੇਗਾ
ਫਿਰ ਅਸੀਂ ਆਨੰਦ ਦੇ ਦਰਵਾਜ਼ੇ ਵਿੱਚ ਹਾਜ਼ਰ ਹੋ ਸਕਦੇ ਹਾਂ। ਤਦ ਤੱਕ ਅਸੀਂ ਸ਼ਾਂਤ ਤਾਂ ਹੋ ਸਕਦੇ ਹਾਂ, ਪਰ ਨਾਮ ਦੇ ਨਾਲ ਲੀਨ ਹੋ ਕੇ ਸਾਹਿਬ ਸਾਨੂੰ ਦੱਸਦੇ ਹਨ ਕਿ ਅਸੀਂ ਉਸ ਨਦਰ ਦੀ ਖੇਡ ਵਿੱਚ ਇਸ ਖੇਲ ਨੂੰ ਬਦਲ ਸਕਦੇ ਹਾਂ। ਕਿਵੇਂ? ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਮ ਦੇ ਕਰਕੇ ਹੀ ਨਦਰ ਦੀ ਕਿਰਪਾ ਹੈ, ਔਰ ਉਸ ਨਾਮ ਦੇ ਵਿੱਚ ਉਹਦਾ ਨਦਰ ਹਾਜ਼ਰ ਹੈ। ਇਹ ਦੂਸਰਾ ਸਾਈਕਲ ਹੈ ਜੀਵਨ ਦਾ, ਜਿਹੜਾ ਨਾਮ ਦੇ ਆਧਾਰ 'ਤੇ ਹੈ। ਤਾਂ ਮਹਾਰਾਜ ਕਹਿੰਦੇ ਨੇ ਕਿ ਅਸਲ ਖੇਲ ਇਸ ਦੁਨੀਆ ਵਿੱਚ ਉਹ ਖੇਲਦੇ ਹਨ ਜਿਹੜੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਹਨ, ਜਿਹੜੇ ਨਾਮ ਦੇ ਵਿੱਚ ਆਪਣੇ ਆਪ ਨੂੰ ਅਰਪਣ ਕਰ ਦਿੰਦੇ ਹਨ, ਆਪਣਾ ਝੂਠਾ ਮਨ ਤਿਆਗ ਕੇ ਸਤਨਾਮ ਵੱਲ ਟੁਰ ਪੈਂਦੇ ਹਨ, ਜਿਹੜੇ ਉਸ ਮਾਰਗ ਵੱਲ ਟੁਰ ਪੈਂਦੇ ਹਨ ਜਿਸ ਨੂੰ ਅਸੀਂ ਗੁਰਮੁਖ ਮਾਰਗ ਜਾਣਦੇ ਹਾਂ। ਜਿੰਨੀ ਨਾਮ ਧਿਆਇਆ ਗਏ ਮੁਸ਼ੱਕਤ ਕਾਲ। ਅਸਲ ਮੁਸ਼ੱਕਤ, ਅਸਲ ਮਿਹਨਤ, ਅਸਲ ਪੜਤਾਲ, ਅਸਲ ਜੀਵਨ ਦਾ ਗਿਆਨ ਸਿਰਫ ਉਹਨਾਂ ਕੋਲ ਹੋ ਜਾਂਦਾ ਹੈ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ। ਉਹ ਫਿਰ ਕਰਮਾਂ ਦੇ ਸਾਈਕਲ ਤੋਂ ਉੱਠ ਜਾਂਦੇ ਹਨ, ਉਹਨਾਂ ਦੇ ਜੀਵਨ ਵਿੱਚ ਨਦਰ ਹੋ ਜਾਂਦੀ ਹੈ। ਉਹਨਾਂ ਦੇ ਜੀਵਨ ਵਿੱਚ ਹੁਣ ਨੇੜਤਾ ਨਿਰੰਕਾਰ ਦੀ ਸਦਾ ਹੀ ਰਹਿੰਦੀ ਹੈ, ਕਿਉਂਕਿ ਨਾਨਕ ਸਾਹਿਬ ਸਮਝਾ ਰਹੇ ਹਨ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਕਿ ਉਹਨਾਂ ਦੇ ਮੁਖ ਫਿਰ ਹੁਣ ਉਜਲ ਹੋਣਗੇ। ਕਿਸੇ ਦਾ ਮੂੰਹ ਇਸ ਦੁਨੀਆ 'ਚ ਆ ਕੇ ਕਾਲਾ ਹੋ ਜਾਂਦਾ ਹੈ ਜਦੋਂ ਕਰਮ ਕਾਲੇ ਹੋਣ, ਪਰ ਜਿਹਨੇ ਨਾਮ ਨੂੰ ਧਿਆ ਲਿਆ ਉਹਨੇ ਆਪਣੇ ਕਾਲੇ ਮੁਖ ਨੂੰ ਧੋ ਲਿਆ। ਉਹ ਹੁਣ ਉਸ ਦੁਨੀਆ ਦੇ ਪੱਧਰ 'ਤੇ ਜਾਣ ਦੀ ਤਿਆਰੀ ਵਿੱਚ ਹੈ ਜਿੱਥੇ ਸਦਾ ਲਈ ਵਿਕਾਸ ਹੈ, ਜਿੱਥੇ ਸਦਾ ਲਈ ਆਨੰਦ ਹੈ, ਜਿੱਥੇ ਕਾਲ ਨਹੀਂ ਹੈ, ਧੋਖਾ ਨਹੀਂ ਹੈ। ਉਹਦੇ ਲਈ ਸਾਨੂੰ ਉੱਥੇ ਹੀ ਜਾਣਾ ਹੈ, ਜਿਵੇਂ ਪਿਛਲੀ ਪੌੜੀ ਵਿੱਚ ਸਾਹਿਬ ਨੇ ਸਮਝਾਇਆ ਹੈ, ਕੜੀਏ ਸਬਝ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਟਕਸਾਲ ਦੇ ਉਸ ਮਿੰਟ ਦੇ ਉਸ ਘੜੇ ਵਿੱਚ ਸੋਨਾ ਘੜਦੇ ਆ, ਵੈਲਥ ਘੜਦਾ ਹੈ, ਸਿੱਖ ਆਪਣੇ ਸ਼ਬਦ ਨੂੰ ਘੜਦਾ ਹੈ। ਅਸਲ ਪੂੰਜੀ ਸਿੱਖ ਦੇ ਜੀਵਨ ਵਿੱਚ ਸ਼ਬਦ ਦਾ ਘੜਨਾ ਹੈ। ਸੁਰਤ ਨੂੰ ਘੜ ਕੇ ਨਦਰ ਲਈ ਤਿਆਰ ਕਰਨਾ, ਇਹ ਮੇਰਾ ਕਰਮ ਹੈ। ਅਗਰ ਮੈਂ ਇਹਨੂੰ ਕਰਾਂਗਾ ਤਾਂ ਨੇੜੇ ਹੁੰਦਾ ਜਾਵਾਂਗਾ। ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਜੇ ਨਹੀਂ ਕਰਾਂਗਾ ਤਾਂ ਦੂਰ ਹੁੰਦਾ ਜਾਵਾਂਗਾ। ਅੱਜ ਦਾ ਮੇਰੇ ਸੁਰਤ ਦਾ ਗਿਆਨ, ਅੱਜ ਦਾ ਮੇਰੇ ਸ਼ਬਦ ਦਾ ਗਿਆਨ ਮੈਨੂੰ ਉੱਥੇ ਖੜਾ ਕਰਦਾ ਹੈ ਜਿੱਥੇ ਮੇਰਾ ਮਨ ਦੀ ਅੱਜ ਦੀ ਅਵਸਥਾ ਹੈ। ਪਰ ਅਗਰ ਮੈਂ ਗੁਰੂ ਦੇ ਸ਼ਬਦ ਦੀ ਹਜ਼ੂਰੀ ਤੋਂ ਪ੍ਰੇਰਨਾ ਲੈ ਕੇ ਜੀਵਨ ਨੂੰ ਬਦਲ ਦਿਆਂ ਤਾਂ ਮੇਰਾ ਕੱਲ੍ਹ ਉਸ ਨਦਰ ਦੇ ਖੇੜੇ ਵਿੱਚ ਚੱਲ ਸਕਦਾ ਹੈ ਜਿੱਥੇ ਸਦਾ ਹੀ ਵਿਕਾਸ ਹੈ, ਸਦਾ ਹੀ ਆਨੰਦ ਹੈ, ਸਦਾ ਹੀ ਸੁੱਖ ਹੈ। ਜਪਜੀ ਸਾਹਿਬ ਦੀ ਇਸ ਅਖੀਰਲੇ ਸ਼ਲੋਕ ਵਿੱਚ ਗੁਰੂ ਦੇ ਦਰਸ਼ਨ ਹਨ। ਸਾਹਿਬ ਨੇ ਸ਼ੁਰੂਆਤ ਵਿੱਚ ਕੁਝ ਪ੍ਰਸ਼ਨ ਪੁੱਛੇ ਸਨ, ਉਹਨਾਂ ਦੇ ਜਵਾਬ ਵੀ ਦਿੱਤੇ ਸਨ। ਉਹਨਾਂ 'ਚੋਂ ਇੱਕ ਪ੍ਰਸ਼ਨ ਐਸੀ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਤਾਂ ਉਹਦਾ ਬਹੁਤ ਸੂਖਮ ਤਰੀਕੇ ਨਾਲ ਸਾਹਿਬ ਨੇ ਜਵਾਬ ਦਿੱਤਾ ਸੀ ਔਰ ਦੱਸਿਆ ਸੀ ਸਾਨੂੰ ਕਿ ਹੁਕਮ ਦੀ ਰਜ਼ਾ ਵਿੱਚ ਚੱਲਾਂਗੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤਾਂ ਇਹ ਜਿਹੜੀ ਕੂੜ ਦੀ ਪਾਲ ਹੈ,
ਇਸ ਤੋਂ ਪਾਰ ਚਲੇ ਜਾਵਾਂਗੇ। ਦੁਨੀਆ ਦੇ ਵਿੱਚ ਕੂੜ ਦੀ ਪਾਲ ਦੇ ਕਰਕੇ ਹੀ ਮੈਂ ਪਰੇਸ਼ਾਨ ਹਾਂ। ਗਮ 'ਚ ਬਾਸ਼ਤ ਗਫਲਤ ਅਜ਼ ਯਾਦ ਖੁਦਾ, ਚੀਜ਼ ਸ਼ਾਦੀ ਯਾਦ ਬੇਇੰਤਹਾ। ਤਾਂ ਮੈਂ ਇਸ ਕੂੜ ਦੀ ਪਾਲ ਦੀ ਗੱਲ ਕਰਦਾ ਹਾਂ। ਜਦ ਦੀਵਾਰ ਵੀ ਕੂੜ ਦੀ ਹੈ ਔਰ ਹਨੇਰਾ ਵੀ ਕੂੜ ਦਾ ਹੈ, ਸੱਤ ਤਾਂ ਪ੍ਰਗਟ ਹੈ ਮਨ ਵਿੱਚ। ਇੱਕ ਪਰਦਾ ਹੈ ਜਿਹੜੀ ਕੂੜ ਦੀ ਦੀਵਾਰ ਵਰਗਾ ਮੇਰੇ ਮਨ ਦੇ ਵਿੱਚ ਵਸਿਆ ਹੋਇਆ ਹੈ। ਇਹ ਕਿਵੇਂ ਹਟੇਗਾ ਪਰਦਾ? ਪਵਨ ਗੁਰੂ ਦੀ ਕਮਾਈ ਤੋਂ ਹਟੇਗਾ। ਸ਼ਬਦ ਦੇ ਗੁਰੂ ਦੀ ਕਮਾਈ ਤੋਂ ਇਹ ਪਰਦਾ ਹਟੇਗਾ ਔਰ ਉਹੀ ਹੁਕਮ ਦੀ ਰਜ਼ਾ ਹੈ। ਅਗਰ ਅਸਲ ਵਿੱਚ ਦੇਖਿਆ ਜਾਏ ਤਾਂ ਦਰਅਸਲ ਹੁਕਮ ਨਾਮ ਹੈ। ਵੈਸੇ ਤਾਂ ਸਭ ਕੁਝ ਹੁਕਮ ਹੈ, ਪਰ ਨਾਮ ਹੁਕਮ ਹੈ ਗੁਰਮੁਖ ਲਈ। ਇਸ ਨਾਮ ਦੀ ਕਮਾਈ ਨਾਲ ਮੈਂ ਮਨ ਦੇ ਹਨੇਰੇ ਨੂੰ ਗੇਰ ਦਿਆਂਗਾ ਮਹਾਰਾਜ, ਔਰ ਦੁਨੀਆ ਦੇ ਸੱਤ ਨੂੰ ਜਾਣ ਲਵਾਂਗਾ। ਉਹ ਇੱਕ ਅਸੀਮ ਸਮੁੰਦਰ ਗਿਆਨ ਦਾ, ਜਿੱਥੇ ਆਨੰਦ ਦੇ ਵਿੱਚ ਅਸੀਮ ਦਰਸ਼ਨ ਹੁੰਦੇ ਹਨ। ਉਸ ਨੂੰ ਇਸ ਖੇਲ ਦੇ ਵਿੱਚੋਂ ਉਤਰ ਕੇ ਮੈਂ ਜਾਣ ਸਕਦਾ ਹਾਂ, ਅਗਰ ਮੈਂ ਸ਼ਬਦ ਦੀ ਕਮਾਈ ਆਪਣੇ ਜੀਵਨ ਵਿੱਚ ਕਰਦਾ ਹਾਂ। ਅੱਜ ਦੇ ਇਸ ਸ਼ਲੋਕ ਦੀ ਵਿਚਾਰ ਜੋ ਭੁੱਲਾਂ ਚੁੱਕਾ ਹੋਈਆਂ ਉਹਦੀ ਛਿਮਾ ਦੇਣਾ ਮਹਾਰਾਜ, ਆਪ ਪ੍ਰਵਾਨ ਕਰਨਾ, ਆਸੀਸ ਦੇਣਾ ਅੱਗੇ ਤੋਂ ਸਹੀ ਵਿਚਾਰ ਹੋ ਸਕੇ। ਅਗਰ ਕੋਈ ਇਹਦੇ ਵਿੱਚ ਸੋਧ ਕਰਨਾ ਚਾਹੇ ਤਾਂ ਜੀ ਆਇਆਂ ਨੂੰ। ਆਪ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸੰਗਤ ਦਾ। ਆਪ ਦਾ ਪ੍ਰੇਮ, ਆਪ ਦਾ ਪਿਆਰ ਔਰ ਆਪ ਦੀ ਅਰਦਾਸ ਸਦਕਾ ਜਪਜੀ ਸਾਹਿਬ ਦੀ ਇਹ ਵਿਚਾਰ ਅੱਜ ਅਸੀਂ ਕਿਤੇ ਤੱਕ ਪਹੁੰਚੇ ਹਾਂ। ਅਰਦਾਸ ਕਰੀਏ ਕਿ ਇਸ ਵਿਚਾਰ ਨਾਲ ਸਾਡੇ ਸਾਰਿਆਂ ਦੇ ਮਨ ਵਿੱਚ ਚਾਨਣ ਹੋਏ, ਪ੍ਰਕਾਸ਼ ਹੋਏ, ਗੁਰੂ ਔਰ ਜੀਵਨ ਨੂੰ ਗਹਿਨ ਤਰੀਕੇ ਨਾਲ ਜਾਣਨ ਦੀ ਵਿਧੀ ਮਿਲੇ, ਸ਼ਬਦ ਦੀ ਸਾਂਝ ਮਿਲ ਜਾਏ, ਜੀਵਨ ਵਿੱਚ ਪ੍ਰੇਮ ਉਤਰ ਜਾਏ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ।